ਪੈਸਾ ਤੇ ਪ੍ਰਸਿੱਧੀ। ਜਦੋਂ ਸਾਹਿਰ ਨੇ ਤਾਜ ਮਹਿਲ ਨਜ਼ਮ ਲਿਖੀ ਤਾਂ ਉਸ ਦੀ ਸ਼ੋਹਰਤ ਅੱਗ ਵਾਂਗ ਸਾਰੇ ਹਿੰਦੁਸਤਾਨ 'ਚ ਫੈਲ ਗਈ। ਉਸ ਦਾ ਇੱਕ ਸ਼ੇਅਰ, एक शहनशाह ने दौलत का सहारा लेकर हम गरीबों की मोहब्बत का उड़ाया है मजाक, ਇਨਕਲਾਬੀ ਮੰਤਰ ਬਣ ਗਿਆ। ਉਸਨੇ ਇਸ ਨਜ਼ਮ ਵਿੱਚ ਤਾਜ ਮਹਿਲ ਦੀਆਂ ਮਹਿਰਾਬਾਂ, ਇਹਦੇ ਸੰਗਮਰਮਰ, ਗੁੰਬਦਾਂ ਤੇ ਮੀਨਾਰਾਂ ਦਾ ਖੂਬਸੂਰਤ ਬਿਆਨ ਕੀਤਾ ਹੈ ਅਤੇ ਸ਼ਬਦਾਂ ਨਾਲ ਹੁਸੀਨ ਤਾਜ ਮਹਿਲ ਉਸਾਰਿਆ ਹੈ। ਇਸ ਨਜ਼ਮ ਤੋਂ ਲੱਗਦਾ ਸੀ ਕਿ ਸਾਹਿਰ ਨੂੰ ਤਾਜ ਮਹਿਲ ਦਾ ਡੂੰਘਾ ਨਿੱਜੀ ਤਜਰਬਾ ਸੀ। ਜਦੋਂ ਉਸ ਦੀ ਇਸ ਨਜ਼ਮ ਦੀ ਸ਼ੋਹਰਤ ਫੈਲ ਗਈ ਤਾਂ ਸਾਹਿਰ ਡਰ ਗਿਆ। ਉਹਨੇ ਇੱਕ ਦੋਸਤ ਨੂੰ ਕਿਹਾ, ਯਾਰ ਮੈਂ ਤਾਂ ਕਦੇ ਤਾਜ ਮਹਿਲ ਵੇਖਿਆ ਹੀ ਨਹੀਂ, ਕਦੇ ਇੰਨੇ ਪੈਸੇ ਨਹੀਂ ਸੀ ਕਿ ਆਗਰੇ ਜਾ ਸਕਦਾ। ਜੇ ਕਿਸੇ ਨੂੰ ਪਤਾ ਲੱਗ ਗਿਆ, ਬਿਹਤਰ ਹੈ ਮੈਂ ਕਿਸੇ ਤੋਂ ਪੈਸੇ ਫੜ ਕੇ ਤਾਜ ਮਹਿਲ ਵੇਖ ਆਵਾਂ। ਕਵੀ ਪ੍ਰਸਿੱਧ ਬੜੇ ਹੁੰਦੇ ਹਨ ਪਰ ਪੈਸਾ ਉਹਨਾਂ ਕੋਲ ਨਹੀਂ ਹੁੰਦਾ। ਧੰਨਵਾਦ। ਜ਼ਿੱਦੀ। ਜਿਨ੍ਹਾਂ ਨੂੰ ਅਸੀਂ ਵੱਡੇ ਕਹਿੰਦੇ ਹਾਂ ਉਹਨਾਂ ਨਾਲ ਵਰਤਣਾ ਆਸਾਨ ਨਹੀਂ ਹੁੰਦਾ। ਮੁਗਲੇ ਆਜ਼ਮ ਦਾ ਗੀਤ ਰਿਕਾਰਡ ਹੋਣਾ ਸੀ। ਸੰਗੀਤ ਡਾਇਰੈਕਟਰ 2 ਸਾਲ ਤੋਂ 80 ਸਾਜ਼ਿੰਦਿਆਂ ਨਾਲ ਤਿਆਰੀ ਕਰ ਰਿਹਾ ਸੀ। ਲਤਾ ਮੰਗੇਸ਼ਕਰ ਮਾਈਕ 'ਤੇ ਜਾਂਦੀ ਜਾਂਦੀ ਰੁਕ ਗਈ ਤਾਂ ਉਹਨੇ ਕਿਹਾ, ਉਹ ਨੀਲੀ ਕਮੀਜ਼ ਵਾਲਾ ਵਾਇਲਨ ਠੀਕ ਨਹੀਂ ਵਜਾ ਰਿਹਾ, ਉਹ ਮੇਰੀ ਟਿਊਨ ਵੀ ਵਿਗਾੜ ਦਿੰਦਾ ਹੈ। ਨੌਸ਼ਾਦ ਦੇ ਬਾਰ-ਬਾਰ ਭਰੋਸਾ ਦਿਵਾਉਣ ਦੇ ਬਾਵਜੂਦ ਕਿ ਸਭ ਠੀਕ ਹੈ, ਲਤਾ ਨੇ ਕਿਹਾ, ਨੌਸ਼ਾਦ ਸਾਹਿਬ ਤੁਸੀਂ ਸਮਝ ਕਿਉਂ ਨਹੀਂ ਰਹੇ? ਮੈਂ ਚਲੀ ਜਾਵਾਂਗੀ, ਤੁਸੀਂ ਗਾਣਾ ਕਿਸੇ ਹੋਰ ਤੋਂ ਗਵਾ ਲੈਣਾ। ਨੌਸ਼ਾਦ ਸਾਹਿਬ ਨੇ ਕਿਹਾ, ਲਤਾ ਜੀ ਤੁਸੀਂ ਚਲੇ ਜਾਣ ਦੀਆਂ ਗੱਲਾਂ ਕਰ ਰਹੇ ਹੋ, ਮੈਂ 2 ਸਾਲ ਤੋਂ ਇਹ ਗਾਣਾ ਤਿਆਰ ਕਰ ਰਿਹਾ। ਨੌਸ਼ਾਦ ਨੇ ਲਤਾ ਨੂੰ ਕਿਹਾ, ਤੁਹਾਡੇ ਵਰਗੀ ਗਾਇਕਾ 2 ਜਹਾਨਾਂ 'ਚ ਨਹੀਂ ਮਿਲਣੀ। ਲੋਕ ਤੁਹਾਨੂੰ ਐਵੇਂ ਸਰਸਵਤੀ ਨਹੀਂ ਕਹਿੰਦੇ। ਪਰ ਨੌਸ਼ਾਦ ਨੇ ਲਤਾ ਦੀ ਅੜੀ ਵੇਖ ਕੇ ਉਸ ਨੀਲੀ ਕਮੀਜ਼ ਵਾਲੇ ਵਾਇਲਨਿਸਟ ਨੂੰ ਕਿਹਾ, ਕਾਕਾ ਤੂੰ ਵਾਇਲਨ ਰੱਖ ਦੇ। ਨੌਸ਼ਾਦ ਸਾਹਿਬ ਸੋਚ ਰਹੇ ਸਨ ਕਿ 40 ਕਲਾਕਾਰ ਵਾਇਲਨ ਵਜਾ ਰਹੇ ਸਨ ਅਤੇ ਲਤਾ ਕਹਿ ਰਹੀ ਸੀ ਕਿ ਇੱਕ ਦੀ ਟਿਊਨ ਖਰਾਬ ਸੀ। ਨੌਸ਼ਾਦ ਜਾਣਦੇ ਸਨ ਕਿ ਲਤਾ ਬੜੀ ਅੜੀਅਲ ਅਤੇ ਜ਼ਿੱਦੀ ਸੀ। ਉਹਨੇ ਜ਼ਿੱਦ ਕਰਕੇ ਚਲੇ ਜਾਣਾ ਸੀ। ਮੁਗਲੇ ਆਜ਼ਮ ਨੂੰ ਬਣਾਉਣ ਵਿੱਚ 20 ਸਾਲ ਲੱਗੇ। ਕਈ ਵਾਰ ਨਵੇਂ ਸਿਰਿਓਂ ਆਰੰਭ ਹੋਈ। ਜਿਸ ਨੇ ਮੁੱਢ ਵਿੱਚ ਹੀਰੋ ਦੀ ਭੂਮਿਕਾ ਨਿਭਾਉਣੀ ਸੀ ਉਹ ਮਰ ਚੁੱਕਿਆ ਸੀ। ਧੰਨਵਾਦ। ਲੜਾਈ। ਜੇ ਕਿਸੇ ਪੁਰਸ਼ ਨੇ ਔਰਤਾਂ ਨੂੰ ਆਪਸ ਵਿੱਚ ਲੜਦਿਆਂ ਵੇਖਿਆ ਸੁਣਿਆ ਨਾ ਹੋਵੇ, ਉਹ ਨਾਟਕਕਾਰ ਨਹੀਂ ਬਣ ਸਕਦਾ। ਬਰਨਾਰਡ ਸ਼ਾਹ ਇਵੇਂ ਹੀ ਪ੍ਰਸਿੱਧ ਨਾਟਕਕਾਰ ਬਣਿਆ ਸੀ। ਇੱਕ ਵਾਰੀ ਉਹਦੇ ਇੱਕੋ ਵੇਲੇ 2 ਔਰਤਾਂ ਨਾਲ ਸੰਬੰਧ ਸਨ। ਇੱਕ ਦਿਨ ਉਹ ਤਿੰਨੇ ਇਕੱਠੇ ਹੋ ਗਏ। 3 ਘੰਟੇ ਉਹਨਾਂ ਦੀ ਲੜਾਈ ਜਾਰੀ ਰਹੀ। ਨਵਾਂ ਮੌਲਿਕ ਨਾਟਕ ਤਿਆਰ ਸੀ। ਅਜਨਬੀ। ਕਬਰਿਸਤਾਨ ਵਿੱਚ ਇੱਕ ਕਬਰ 'ਤੇ ਆਪਣਾ ਬਸਤਾ ਸੁੱਟ ਕੇ ਇੱਕ ਬੱਚੇ ਨੇ ਰੋਂਦਿਆਂ ਕਿਹਾ, ਉੱਠੋ ਅੱਬੂ, ਟੀਚਰ ਨੇ ਕਿਹਾ ਕਿ ਫੀਸ ਲੈ ਕੇ ਆਉਣਾ, ਨਹੀਂ ਤਾਂ ਆਪਣੇ ਅੱਬੂ ਨੂੰ ਨਾਲ ਲੈ ਕੇ ਆਉਣਾ। ਨਾਲ ਦੀ ਕਬਰ 'ਤੇ ਬੈਠਾ ਬੰਦਾ ਫੁੱਲਾਂ ਵਾਲੇ ਨਾਲ ਹਜ਼ਾਰਾਂ ਰੁਪਏ ਦੀ ਫੁੱਲਾਂ ਦੀ ਚਾਦਰ ਕਬਰ 'ਤੇ ਚੜ੍ਹਾਉਣ ਲਈ ਗੱਲ ਕਰਦਿਆਂ ਬੱਚੇ ਨੂੰ ਵੇਖ ਸੁਣ ਰਿਹਾ ਸੀ। ਬੱਚੇ ਦੀ ਗੱਲ ਸੁਣ ਕੇ ਉਹਨੇ ਫੋਨ 'ਤੇ ਕਿਹਾ, ਫੁੱਲ ਨਹੀਂ ਚਾਹੀਦੇ, ਫੁੱਲ ਇੱਥੇ ਹੀ ਮਿਲ ਗਏ ਹਨ। ਹੱਥ ਵਿੱਚ ਗਿਣ ਕੇ ਫੜੇ ਫੁੱਲਾਂ ਦੀ ਪੇਸ਼ਗੀ ਵਾਲੇ ਪੈਸੇ ਬੱਚੇ ਦੇ ਹੱਥ ਵਿੱਚ ਰੱਖਦਿਆਂ ਉਸਨੇ ਕਿਹਾ, ਬੇਟਾ ਇਹ ਲੈ ਪੈਸੇ, ਤੇਰੇ ਅੱਬੂ ਨੇ ਭੇਜੇ ਹਨ, ਕੱਲ੍ਹ ਸਕੂਲ ਜਾਣਾ। ਦੋਸਤੋ, ਫਾਲਤੂ ਦੀਆਂ ਗੱਲਾਂ ਛੱਡੋ, ਕੁਝ ਖਿਦਮਤਾਂ ਕਰੋ। ਆਪਣੇ ਆਪ ਨੂੰ ਇਹਨਾਂ ਸ਼ਬਦਾਂ ਨਾਲ ਮੁਖਾਤਿਬ ਹੋ ਕੇ ਉਹ ਅਜਨਬੀ ਉੱਥੋਂ ਰਵਾਨਾ ਹੋਇਆ। ਉਸ ਦੀ ਟੋਰ ਵਿੱਚ ਚੜ੍ਹਦੀ ਕਲਾ ਦੇ ਭਰੋਸੇ ਵਾਲਾ ਜੋਸ਼ ਸੀ। ਧੰਨਵਾਦ। ਸਬੱਬ।
ਜਦੋਂ ਕਿਸੇ ਨੇ ਪ੍ਰਸਿੱਧ ਹੋਣਾ ਹੁੰਦਾ ਹੈ ਤਾਂ ਕੋਈ ਸਬੱਬ ਬਣ ਜਾਂਦਾ ਹੈ। ਬਰਨਾਰਡ ਸ਼ਾਹ ਦੇ ਬੌਧਿਕ ਵਿਅੰਗ ਵਾਲੇ ਨਾਟਕਾਂ ਨੂੰ ਸਥਾਪਿਤ ਰੰਗਮੰਚ ਦੇ ਮਾਲਕ ਪੇਸ਼ ਨਹੀਂ ਸਨ ਕਰਦੇ, ਜਿਸ ਕਾਰਨ ਸ਼ਾਹ ਦੇ ਇੱਕ ਨਾਟਕ ਨੂੰ ਇੱਕ ਨਵੇਂ ਅਣਜਾਣੇ ਰੰਗਮੰਚ 'ਤੇ ਪੇਸ਼ ਕੀਤਾ ਜਾ ਰਿਹਾ ਸੀ। ਉਸ ਸਮੇਂ ਇੰਗਲੈਂਡ ਦਾ ਬਾਦਸ਼ਾਹ ਵੀ ਸ਼ਾਮ ਨੂੰ ਅਕਸਰ ਨਾਟਕ ਵੇਖਣ ਆ ਜਾਂਦਾ ਸੀ। ਸ਼ਾਹ ਦੇ ਇਸ ਨਾਟਕ ਨੂੰ ਬਾਦਸ਼ਾਹ ਵੀ ਵੇਖ ਰਿਹਾ ਸੀ। ਇੱਕ ਵਾਰਤਾਲਾਪ 'ਤੇ ਬਾਦਸ਼ਾਹ ਇੰਨੀ ਜ਼ੋਰ ਦੀ ਹੱਸਿਆ ਕਿ ਜਿਸ ਕੁਰਸੀ 'ਤੇ ਉਹ ਬੈਠਾ ਸੀ ਉਹ ਟੁੱਟ ਗਈ, ਅਤੇ ਇਸ ਘਟਨਾ ਨਾਲ ਉਹ ਗੁੰਮਨਾਮ ਰੰਗਮੰਚ ਅਤੇ ਨਾਟਕਕਾਰ ਬਰਨਾਰਡ ਸ਼ਾਹ ਦੋਵੇਂ ਸਾਰੇ ਇੰਗਲੈਂਡ ਵਿੱਚ ਪ੍ਰਸਿੱਧ ਹੋ ਗਏ। ਇਸ ਨਾਲ ਸ਼ਾਹ ਦੀ ਸਫਲਤਾ ਦਾ ਦੌਰ ਆਰੰਭ ਹੋਇਆ। ਸਮੀਖਿਆਕਾਰਾਂ ਨੇ ਸ਼ਾਹ ਦੇ ਨਾਟਕਾਂ ਬਾਰੇ ਇੰਨਾ ਲਿਖਿਆ ਕਿ ਹਰ ਕੋਈ ਉਹਦੇ ਨਾਟਕ ਵੇਖਣ ਲਈ ਕਾਹਲਾ ਪੈ ਗਿਆ। ਧੰਨਵਾਦ। ਅਸੰਤੁਸ਼ਟੀ। 20ਵੀਂ ਸਦੀ ਦੇ ਆਰੰਭ ਤੋਂ ਪਹਿਲਾਂ ਸੰਸਾਰ ਵਿੱਚ ਸ਼ੋਰ ਨਹੀਂ ਸੀ। ਸਭ ਪਾਸੇ ਚੁੱਪ ਸ਼ਾਂਤੀ ਹੁੰਦੀ ਸੀ। ਚੁੱਪ ਸ਼ਾਂਤੀ ਦਾ ਵਾਤਾਵਰਨ ਹੋਣ ਕਰਕੇ ਲੋਕਾਂ ਦੇ ਵਿਚਾਰ ਸਰਲ ਅਤੇ ਸਾਦੇ ਹੁੰਦੇ ਸਨ, ਜਿਸ ਕਾਰਨ ਸਮਾਜ ਦੀ ਚਾਲ ਹੌਲੀ ਹੁੰਦੀ ਸੀ। ਛੋਟਾ ਜਿਹਾ ਸਵੈ ਸੰਪੰਨ ਸਮਾਜ ਤੇ ਭਾਈਚਾਰਾ ਹੁੰਦਾ ਸੀ। ਹਰ ਕੋਈ ਹਰ ਕਿਸੇ ਨੂੰ ਜਾਣਦਾ ਸੀ। ਜੀਵਨ ਨੇਮਬੱਧ ਸੀ। ਆਪਣੇ ਸਮਾਜ ਤੋਂ ਬਾਹਰ ਕੁਝ ਜਾਣਨ ਦੀ ਕਿਸੇ ਨੂੰ ਲੋੜ ਨਹੀਂ ਸੀ ਪੈਂਦੀ। ਪਰੰਪਰਾ ਦਾ ਯੁੱਗ ਸੀ। ਪਰਿਵਰਤਨ ਦੀ ਸੋਝੀ ਨਹੀਂ ਸੀ। ਅਮੀਰ ਕੋਈ ਨਹੀਂ ਸੀ। ਸੰਤੁਸ਼ਟ ਸਾਰੇ ਸਨ। ਸ਼ੋਰ ਨੇ ਜੀਵਨ ਵਿੱਚ ਕਾਹਲ, ਖਿਝ, ਹਿੰਸਾ ਅਤੇ ਆਪੋ-ਤਾਪੀ ਉਪਜਾਈ ਹੈ, ਜਿਸ ਕਾਰਨ ਲਗਭਗ ਹਰ ਕਿਸੇ ਕੋਲ ਸਭ ਕੁਝ ਹੈ, ਪਰ ਸੰਤੁਸ਼ਟ ਕੋਈ ਨਹੀਂ। ਧੰਨਵਾਦ। ਨਹੀਂ ਕਹਿਣਾ। ਜਰਮਨੀ ਦੇ ਵਿਦੇਸ਼ ਮੰਤਰੀ ਨੇ ਅਗਲੇ ਦਿਨ ਪਾਰਲੀਮੈਂਟ ਵਿੱਚ ਮਹੱਤਵਪੂਰਨ ਭਾਸ਼ਣ ਦੇਣਾ ਸੀ। ਅਜਿਹੇ ਭਾਸ਼ਣਾਂ ਵਿੱਚ ਧਿਆਨ ਰੱਖਣਾ ਹੁੰਦਾ ਹੈ ਕਿ ਕਿਸੇ ਗੱਲ ਦੇ ਗਲਤ ਅਰਥ ਨਾ ਕੱਢੇ ਜਾ ਸਕਣ। ਭਾਸ਼ਣ ਦੀ ਤਿਆਰੀ ਦੌਰਾਨ ਵਿਦੇਸ਼ ਮੰਤਰੀ ਦਾ ਦੋਸਤ ਆਇਆ। ਵਿਦੇਸ਼ ਮੰਤਰੀ ਨੂੰ ਡੂੰਘੀ ਸੋਚ ਵਿੱਚ ਵੇਖ ਕੇ ਉਸਨੇ ਕਿਹਾ, ਸੋਚ ਰਹੇ ਹੋ ਕਿ ਕੱਲ੍ਹ ਕੀ ਕਹਿਣਾ ਹੈ? ਵਿਦੇਸ਼ ਮੰਤਰੀ ਨੇ ਕਿਹਾ, ਨਹੀਂ, ਸੋਚ ਰਿਹਾ ਕਿ ਕੱਲ੍ਹ ਮੈਂ ਕੀ ਕਿਸੇ ਵੀ ਹਾਲਤ ਵਿੱਚ ਨਹੀਂ ਕਹਿਣਾ। ਧੰਨਵਾਦ। ਦੇਸ਼ ਭਗਤੀ। ਇੱਕ ਗਰੀਬ ਦੇਸ਼ ਦੇ ਬੱਚੇ ਆਪਣੀ ਦੇਸ਼ ਭਗਤੀ ਦੀਆਂ ਡੀਂਗਾਂ ਮਾਰ ਰਹੇ ਸਨ। ਪਹਿਲੇ ਨੇ ਕਿਹਾ, ਮੈਂ ਕਦੇ ਵਿਦੇਸ਼ੀ ਚੀਜ਼ਾਂ ਨਹੀਂ ਖਰੀਦੀਆਂ। ਦੂਜੇ ਨੇ ਕਿਹਾ, ਮੈਂ ਕਦੇ ਵਿਦੇਸ਼ੀ ਫਿਲਮ ਨਹੀਂ ਵੇਖੀ। ਤੀਜੇ ਨੇ ਕਿਹਾ, ਮੈਂ ਕਦੇ ਅੰਗਰੇਜ਼ੀ 'ਚੋਂ ਪਾਸ ਹੀ ਨਹੀਂ ਹੋਇਆ। ਧੰਨਵਾਦ। ਵਾਲਟੇਅਰ। ਵਾਲਟੇਅਰ ਵਿਸ਼ਵ ਪੱਧਰ ਦਾ ਚਿੰਤਕ ਅਤੇ ਫਿਲਾਸਫਰ ਸੀ। 84 ਵਰ੍ਹੇ ਦੇ ਜੀਵਨ ਵਿੱਚੋਂ ਤੀਜਾ ਹਿੱਸਾ ਉਹਨੇ ਜਲਾਵਤਨੀ ਵਿੱਚ ਗੁਜ਼ਾਰਿਆ। ਉਹ ਆਪਣੇ ਸਮੇਂ ਦੀ ਆਤਮਾ ਦੀ ਆਵਾਜ਼ ਸੀ। ਆਪਣੇ ਜੀਵਨ ਵਿੱਚ ਉਹਨੇ ਹੋਰ ਚਿੰਤਕਾਂ ਨੂੰ 20,000 ਤੋਂ ਵੱਧ ਖੱਤ ਲਿਖੇ। ਉਸਨੇ ਯੂਰਪ ਨੂੰ ਮੱਧਕਾਲੀ ਸੋਚ ਵਿੱਚੋਂ ਬਾਹਰ ਕੱਢਿਆ। ਫਰਾਂਸ ਦਾ ਬਾਦਸ਼ਾਹ ਉਹਦੇ ਵਿਚਾਰਾਂ ਕਾਰਨ ਉਹਦਾ ਵਿਰੋਧੀ ਸੀ, ਜਿਸ ਕਾਰਨ ਵਾਲਟੇਅਰ ਨੂੰ ਕਈ ਵਾਰ ਹਿਰਾਸਤ ਵਿੱਚ ਲਿਆ ਗਿਆ। ਵਾਲਟੇਅਰ ਦਾ ਇੱਕ ਘਰ ਫਰਾਂਸ ਸਵਿਟਜ਼ਰਲੈਂਡ ਦੀ ਹੱਦ ਦੇ ਫਰਾਂਸ ਵਾਲੇ ਪਾਸੇ ਸੀ। ਇੱਕ ਘਰ ਉਹਨੇ ਸਵਿਟਜ਼ਰਲੈਂਡ ਵਾਲੇ ਪਾਸੇ ਖਰੀਦ ਲਿਆ ਸੀ। ਜਦੋਂ ਫਰਾਂਸ ਦੀ ਪੁਲਿਸ ਉਹਨੂੰ ਫੜਨ ਆਉਂਦੀ ਸੀ ਤਾਂ ਉਹ ਸਵਿਟਜ਼ਰਲੈਂਡ ਵਾਲੇ ਘਰ ਵਿੱਚ ਚਲਾ ਜਾਂਦਾ ਸੀ। ਉਹ ਵਿਦੇਸ਼ ਵਿੱਚ ਮਰਿਆ, ਪਰ ਮਰਨ ਤੋਂ 11 ਸਾਲ ਮਗਰੋਂ ਉਹਦਾ ਤਾਬੂਤ ਪੈਰਿਸ ਲਿਆਂਦਾ ਗਿਆ। ਉਹਦੀ ਅਰਥੀ ਨਾਲ 1 ਲੱਖ ਤੋਂ ਵਧੇਰੇ ਲੋਕ ਸਨ। ਉਸ ਨੂੰ ਆਪਣੇ ਦੇਸ਼ ਦੀ ਧਰਤੀ 'ਤੇ ਸਰਕਾਰੀ ਸਨਮਾਨਾਂ ਨਾਲ ਦਫਨਾ ਕੇ ਫਰਾਂਸ ਨੇ ਆਪਣੇ 'ਤੇ ਲੱਗਿਆ ਇੱਕ ਦਾਗ ਧੋਤਾ ਸੀ। ਧੰਨਵਾਦ। ਮਹਾਨਤਾ। ਇਨਾਮਾਂ ਸਨਮਾਨਾਂ ਦੀ ਭੁੱਖ
ਅਜੋਕੇ ਸੰਸਾਰ ਦਾ ਰੋਗ ਹੈ। 1930 ਵਿੱਚ ਬਲੱਡ ਗਰੁੱਪਾਂ ਦੀ ਖੋਜ ਕਰਨ ਵਾਲਾ ਲੈਂਡਸਟੇਨਰ ਜਿਸ ਪ੍ਰਯੋਗਸ਼ਾਲਾ 'ਚ ਕੰਮ ਕਰਦਾ ਸੀ, ਉੱਥੇ ਪੱਤਰਕਾਰਾਂ ਦੇ ਫੋਨ ਆ ਰਹੇ ਸਨ ਕਿ ਲੈਂਡਸਟੇਨਰ ਦੀ ਖੋਜ ਦੀ ਮਾਨਤਾ ਵਜੋਂ ਨੋਬੇਲ ਪੁਰਸਕਾਰ ਦਾ ਐਲਾਨ ਹੋਇਆ ਹੈ, ਗੱਲ ਕਰਨੀ ਹੈ। ਲੈਂਡਸਟੇਨਰ ਨੇ ਉੱਤਰ ਦਿੱਤਾ ਸੀ, ਵਕਤ ਨਹੀਂ। ਲੈਂਡਸਟੇਨਰ ਸੰਸਾਰ ਦੇ ਹਰੇਕ ਜਿਉਂਦੇ ਬੰਦੇ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀ ਖੋਜ ਦਾ ਨਿਰਮਾਤਾ ਸੀ। ਪਰੇਡ ਕਰਨ ਨਾਲ ਹੌਸਲਾ ਵੱਧਦਾ ਹੈ ਤੇ ਸਵੈ ਵਿਸ਼ਵਾਸ ਜਾਗਦਾ ਹੈ। ਪਰੇਡ ਨਾਲ ਡਰਪੋਕ ਵੀ ਬਹਾਦਰ ਹੋ ਜਾਂਦੇ ਹਨ। ਹਰੇਕ ਵਿੱਚ ਸਾਰਿਆਂ ਦੀ ਸਾਂਝੀ ਸ਼ਕਤੀ ਪ੍ਰਵੇਸ਼ ਕਰ ਜਾਂਦੀ ਹੈ। ਜੇ ਲੜਕੀਆਂ ਨੂੰ ਪਰੇਡ ਕਰਵਾਈ ਜਾਵੇ ਤਾਂ ਉਹ ਸਵੈ ਵਿਸ਼ਵਾਸ ਵਧਣ ਕਾਰਨ ਬਹਾਦਰ ਹੋਣ ਕਰਕੇ ਵਧੇਰੇ ਸੋਹਣੀਆਂ ਹੋ ਜਾਂਦੀਆਂ ਹਨ। ਧੰਨਵਾਦ। ਵਿਸ਼ਵ ਫੌਜੀ ਆਪਣੇ ਜਰਨੈਲ ਦੇ ਮੋਢੇ 'ਤੇ ਤਾਰੇ ਵੇਖ ਕੇ ਆਪਣੇ ਆਪ ਨੂੰ ਜਰਨੈਲ ਸਮਝਣ ਲੱਗ ਪੈਂਦੇ ਹਨ। ਅਜੋਕੇ ਸੰਸਾਰ ਦੇ ਪ੍ਰਸਿੱਧ ਜਰਨੈਲਾਂ ਵਿੱਚ ਇੰਗਲੈਂਡ ਦੇ ਮੌਂਟਗੋਮਰੀ ਦਾ ਨਾਂ ਆਉਂਦਾ ਹੈ। ਉਸ ਨੂੰ ਵਿਸ਼ਵ ਫੌਜੀ ਕਿਹਾ ਜਾਂਦਾ ਹੈ। ਉਸ ਨੂੰ 12 ਦੇਸ਼ਾਂ ਦੀਆਂ ਸਰਕਾਰਾਂ ਨੇ ਮੈਡਲ ਤੇ ਪੁਰਸਕਾਰ ਦਿੱਤੇ। ਕਈ ਦਹਾਕੇ ਲਗਾਤਾਰ ਬੈਰਕਾਂ ਵਿੱਚ ਰਹਿਣ ਉਪਰੰਤ ਉਹਨੇ ਆਪਣਾ ਮਕਾਨ ਉਸਾਰਨਾ ਆਰੰਭ ਕੀਤਾ, ਜਿਸ ਲਈ ਕੀਮਤੀ ਲੱਕੜ ਕੈਨੇਡਾ ਅਤੇ ਆਸਟ੍ਰੇਲੀਆ ਨੇ ਤੋਹਫੇ ਵਜੋਂ ਦਿੱਤੀ। ਨੈਪੋਲੀਅਨ ਨੂੰ ਹਰਾਉਣ ਵਾਲੇ ਫੌਜੀ ਜਰਨੈਲ ਵੈਲਿੰਗਟਨ ਤੋਂ ਮਗਰੋਂ ਮੌਂਟਗੋਮਰੀ ਸਭ ਤੋਂ ਵਧੇਰੇ ਸਤਿਕਾਰਿਆ ਜਾਣ ਵਾਲਾ ਜਰਨੈਲ ਸੀ। ਉਸ ਦੀ ਅਰਥੀ ਨਾਲ 6 ਫੀਲਡ ਮਾਰਸ਼ਲ ਤੇ 39 ਦੇਸ਼ਾਂ ਦੇ ਜਰਨੈਲ ਚੱਲ ਰਹੇ ਸਨ। ਧੰਨਵਾਦ। ਨਾਮ। ਪਤੀ ਪਤਨੀ ਵਿਚਕਾਰ ਬੱਚੇ ਦੇ ਨਾਂ 'ਤੇ ਸਹਿਮਤੀ ਨਹੀਂ ਸੀ ਹੋ ਰਹੀ। ਸਹਿਮਤੀ ਹੋਣ ਤੱਕ ਉਹਨਾਂ ਨੇ ਬੱਚੇ ਨੂੰ ਓਏ ਕਹਿ ਕੇ ਬੁਲਾਉਣਾ ਆਰੰਭ ਕੀਤਾ। ਮਗਰੋਂ ਉਹਨਾਂ ਨੇ ਨਵਾਂ ਨਾਂ ਰੱਖਿਆ, ਪਰ ਉਦੋਂ ਤੱਕ ਉਹਦਾ ਨਾਂ ਓਏ ਪੱਕ ਚੁੱਕਿਆ ਸੀ। ਉਹ ਸਾਰਾ ਜੀਵਨ ਓਏ ਹੀ ਰਿਹਾ। ਜਿੱਤ ਦੀ ਉਦਾਸੀ। ਗਰੀਬ ਮਾਪਿਆਂ ਦੇ ਧੀ ਪੁੱਤਰ ਇੱਕ ਹੀ ਸਕੂਲ ਵਿੱਚ ਸਵੇਰ ਸ਼ਾਮ ਦੀ ਸ਼ਿਫਟ ਵਿੱਚ ਇਸ ਲਈ ਪੜ੍ਹਦੇ ਸਨ ਕਿਉਂਕਿ ਭੈਣ ਦੀ ਅੱਧੀ ਫੀਸ ਮਾਫ਼ ਹੁੰਦੀ ਸੀ ਅਤੇ ਉਹਨਾਂ ਦੀ ਅਸਲੀ ਸਮੱਸਿਆ ਬੂਟਾਂ ਦੀ ਸੀ। ਬੂਟਾਂ ਦਾ ਇੱਕ ਹੀ ਜੋੜਾ ਸੀ। ਜਦੋਂ ਭਰਾ ਆ ਜਾਂਦਾ ਸੀ ਤਾਂ ਭੈਣ ਉਹਦੇ ਬੂਟ ਪਾ ਕੇ ਸਕੂਲ ਚਲੀ ਜਾਂਦੀ ਸੀ। ਉਹ ਖੁੱਲ੍ਹੇ ਬੂਟਾਂ ਨੂੰ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਪਾ ਕੇ ਚਲੀ ਜਾਂਦੀ ਸੀ। ਸਕੂਲ ਵਿੱਚ ਦੌੜਾਂ ਹੋਣੀਆਂ ਸਨ। ਪਹਿਲਾ ਇਨਾਮ ਸੋਹਣਾ ਬੈਗ ਅਤੇ ਦੂਜਾ ਇਨਾਮ ਬੂਟਾਂ ਦਾ ਜੋੜਾ ਸੀ। ਭਰਾ ਨੇ ਬੂਟਾਂ ਦਾ ਇਨਾਮ ਜਿੱਤਣ ਲਈ ਦੌੜਨ ਦਾ ਅਭਿਆਸ ਕਰਕੇ ਦੌੜ ਵਿੱਚ ਭਾਗ ਲਿਆ। ਉਹ ਸਭ ਤੋਂ ਤੇਜ਼ ਦੌੜ ਰਿਹਾ ਸੀ। ਉਹ ਅੱਵਲ ਨਹੀਂ ਸੀ ਆਉਣਾ ਚਾਹੁੰਦਾ। ਉਹ ਦੂਜੇ ਦਰਜੇ 'ਤੇ ਆਉਣਾ ਚਾਹੁੰਦਾ ਸੀ। ਉਹਨੂੰ ਡਰ ਸੀ ਕਿਧਰੇ ਹੌਲੀ ਦੌੜਨ ਕਰਕੇ ਬੂਟਾਂ ਦਾ ਇਨਾਮ ਨਾ ਚਲਾ ਜਾਏ। ਉਹ ਤਾਂ ਦੂਜੇ ਨੰਬਰ 'ਤੇ ਆਉਣਾ ਚਾਹੁੰਦਾ ਸੀ, ਪਰ ਪ੍ਰਬੰਧਕਾਂ ਨੇ ਅੱਵਲ ਘੋਸ਼ਿਤ ਕਰ ਦਿੱਤਾ। ਕੀ ਤੁਸੀਂ ਉਸ ਦੀ ਜਿੱਤ ਦੀ ਉਦਾਸੀ ਦਾ ਅਨੁਮਾਨ ਲਾ ਸਕਦੇ ਹੋ? ਧੰਨਵਾਦ। ਮੁਕਤੀ ਦਾਤੇ। ਪੰਜਾਬੀ ਦੇ ਲੋਕ ਗੀਤ ਇਕੱਤਰ ਕਰਨ ਵਾਲਾ ਦਵਿੰਦਰ ਸਤਿਆਰਥੀ ਆਪਣੀ ਦਿੱਖ ਅਤੇ ਲਿਬਾਸ ਕਾਰਨ ਹਰ ਕਿਸੇ ਦਾ ਧਿਆਨ ਖਿੱਚਦਾ ਸੀ। ਉੱਤਰ ਪੂਰਬ ਵਿੱਚ ਇੱਕ ਵਾਰੀ ਉਹ ਇੱਕ ਰਾਜੇ ਦਾ ਮਹਿਮਾਨ ਸੀ, ਜਿੱਥੇ ਉਹਨੇ ਦੱਸਿਆ ਕਿ ਮੈਂ ਲੋਕ ਗੀਤ ਇਕੱਠੇ ਕਰ ਰਿਹਾ ਹਾਂ। ਰਾਜੇ ਨੇ ਕਿਹਾ, ਤੁਸੀਂ ਸਾਡੀ ਔਰਤਾਂ ਦੀ ਜੇਲ੍ਹ 'ਚ ਜਾਓ, ਉੱਥੋਂ ਪੇਂਡੂ ਗੀਤ ਇਕੱਤਰ ਕਰੋ। ਉਹ ਜੇਲ੍ਹ 'ਚ ਗਿਆ, ਜਿੱਥੇ ਇੱਕ ਲੜਕੀ ਨੂੰ ਗਰਭਪਾਤ ਕਰਨ ਦੀ ਕੈਦ ਹੋਈ ਸੀ। ਉਹਨੇ ਸਤਿਆਰਥੀ ਨੂੰ ਬਹੁਤ ਸਾਰੇ ਗੀਤ ਕਲਮਬੱਧ ਕਰਵਾਏ। ਰਾਤ ਨੂੰ ਰਾਜੇ ਨਾਲ ਖਾਣਾ ਖਾਂਦਿਆਂ ਸਤਿਆਰਥੀ ਨੇ ਰਾਜੇ ਨੂੰ ਬੇਨਤੀ ਕੀਤੀ ਕਿ ਭਾਵੇਂ ਉਹ ਲੜਕੀ ਤੁਹਾਡੇ ਰਾਜ ਦੇ ਕਾਨੂੰਨ ਅਨੁਸਾਰ
ਅਣਜੰਮੇ ਬੱਚੇ ਦੀ ਕਾਤਲ ਹੈ, ਪਰ ਮੇਰੀ ਬੇਨਤੀ ਹੈ ਕਿ ਉਹਨੂੰ ਮਾਫ਼ ਕਰ ਦਿਓ। ਕਵੀ, ਸਾਹਿਤਕਾਰ, ਕਲਾਕਾਰ ਮੁਕਤੀਦਾਤੇ ਹੁੰਦੇ ਹਨ। ਧੰਨਵਾਦ। ਪ੍ਰਸ਼ਨ ਪੱਤਰ। 4 ਵਿਦਿਆਰਥੀ ਮੌਜ ਮਸਤੀ ਕਾਰਨ ਇਮਤਿਹਾਨ ਦੀ ਤਿਆਰੀ ਨਾ ਕਰ ਸਕੇ। ਇਮਤਿਹਾਨ ਵਾਲੇ ਦਿਨ ਆਪਣਾ ਹੁਲੀਆ ਵਿਗਾੜ ਕੇ ਉਹਨਾਂ ਨੇ ਕਿਹਾ ਕਾਰ ਦਾ ਟਾਇਰ ਫਟ ਗਿਆ ਸੀ, ਜਿਸ ਕਾਰਨ ਪ੍ਰੀਖਿਆ ਦੇਣ ਸਮੇਂ ਸਿਰ ਨਹੀਂ ਪਹੁੰਚ ਸਕੇ। ਪ੍ਰੋਫੈਸਰ ਨੇ ਕਿਹਾ ਠੀਕ ਹੈ, ਤੁਹਾਡਾ 3 ਦਿਨ ਮਗਰੋਂ ਇਮਤਿਹਾਨ ਲਿਆ ਜਾਏਗਾ। ਚਾਰਾਂ ਨੂੰ ਵੱਖਰੇ ਵੱਖਰੇ ਕਮਰੇ 'ਚ ਬਿਠਾ ਦਿੱਤਾ ਗਿਆ। ਸਾਰੇ ਪ੍ਰਸ਼ਨ ਕਾਰ ਖਰਾਬ ਹੋਣ, ਕਿੱਥੇ ਹੋਣ, ਕਦੋਂ ਹੋਣ, ਕਿਵੇਂ ਹੋਣ ਬਾਰੇ ਹੀ ਸਨ। ਅੰਤਲਾ ਪ੍ਰਸ਼ਨ ਸੀ ਕਾਰ ਦਾ ਕਿਹੜਾ ਟਾਇਰ ਫਟਿਆ ਸੀ। ਧੰਨਵਾਦ। ਪੂਰੀ ਤਿਆਰੀ। ਹਰ ਯੁੱਧ ਵਿੱਚ ਕੋਈ ਇੱਕ ਲੜਾਈ ਹੁੰਦੀ ਹੈ ਜਿਹੜੀ ਸਮੁੱਚੇ ਯੁੱਧ ਦਾ ਮੁਹਾਨ ਬਦਲ ਦਿੰਦੀ ਹੈ। ਅਜਿਹੀ ਇੱਕ ਲੜਾਈ ਅਫਰੀਕਾ ਦੇ ਮਾਰੂਥਲ ਵਿੱਚ ਅਲਮੀਨ ਦੀ ਲੜਾਈ ਸੀ। ਉਸ ਸਮੇਂ ਦਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਚਰਚਿਲ ਜਰਨੈਲ ਮੌਂਟਗੋਮਰੀ ਨੂੰ ਸਤੰਬਰ ਵਿੱਚ ਹਮਲਾ ਕਰਨ ਲਈ ਕਹਿ ਰਿਹਾ ਸੀ, ਪਰ ਜਰਨੈਲ ਨੇ ਕਿਹਾ ਹਮਲਾ ਉਦੋਂ ਹੋਏਗਾ ਜਦੋਂ ਮੇਰੇ ਕੋਲ ਹਮਲੇ ਦੀ ਪੂਰੀ ਤਿਆਰੀ ਹੋਏਗੀ। ਇਹ ਹਮਲਾ 23 ਅਕਤੂਬਰ 1942 ਦੀ ਰਾਤ ਨੂੰ 9:40 'ਤੇ 1000 ਤੋਪਾਂ, 1200 ਟੈਂਕਾਂ ਅਤੇ ਇਨਫੈਂਟਰੀ ਦੇ 7 ਡਿਵੀਜ਼ਨਾਂ ਨਾਲ ਕੀਤਾ ਗਿਆ। 12 ਦਿਨ ਮਗਰੋਂ ਅਲਮੀਨ ਦੀ ਲੜਾਈ ਜਿੱਤ ਲਈ ਗਈ ਸੀ। ਮਗਰੋਂ ਚਰਚਿਲ ਨੇ ਲਿਖਿਆ ਅਲਮੀਨ ਤੋਂ ਪਹਿਲਾਂ ਅਸੀਂ ਕੋਈ ਜਿੱਤ ਨਹੀਂ ਸੀ ਵੇਖੀ, ਅਲਮੀਨ ਤੋਂ ਮਗਰੋਂ ਅਸੀਂ ਕੋਈ ਹਾਰ ਨਹੀਂ ਵੇਖੀ। ਇਸ ਲੜਾਈ ਨੇ ਦੂਜੇ ਵਿਸ਼ਵ ਯੁੱਧ ਦਾ ਮੁਹਾਨ ਬਦਲ ਦਿੱਤਾ ਸੀ। ਧੰਨਵਾਦ। ਸੁਧਾਰ। ਸਵਾਰੀਆਂ ਦਾ ਸਮਾਨ ਸਹੀ ਟਿਕਾਣੇ 'ਤੇ ਨਾ ਪਹੁੰਚਣ ਦੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਅਮਰੀਕਾ ਦੀ ਇੱਕ ਵੱਡੀ ਏਅਰਲਾਈਨ ਦੇ ਹਵਾਈ ਅੱਡਿਆਂ ਦੇ ਪ੍ਰਬੰਧਕਾਂ ਨੂੰ 2 ਦਿਨਾਂ ਦੀਆਂ ਮੀਟਿੰਗਾਂ ਲਈ ਬੁਲਾਇਆ ਗਿਆ। ਉਹਨਾਂ ਦਾ ਸਮਾਨ ਹਵਾਈ ਅੱਡਿਆਂ 'ਤੇ ਹੀ ਸਟੋਰਾਂ ਵਿੱਚ ਰਖਵਾ ਦਿੱਤਾ ਗਿਆ ਅਤੇ ਦੱਸਿਆ ਗਿਆ ਕਿ ਸਮਾਨ ਗਲਤੀ ਨਾਲ ਕਿਸੇ ਹੋਰ ਹਵਾਈ ਅੱਡੇ 'ਤੇ ਪਹੁੰਚ ਗਿਆ ਸੀ, ਜਿਹੜਾ ਅਗਲੇ ਦਿਨ ਰਾਤ ਨੂੰ ਕਮਰੇ ਵਿੱਚ ਪਹੁੰਚਾਇਆ ਜਾਏਗਾ। ਹੋਟਲ ਦੀ ਏਅਰ ਕੰਡੀਸ਼ਨਿੰਗ ਖਰਾਬ ਸੀ। ਲਗਭਗ ਸਾਰੇ ਅਧਿਕਾਰੀ ਬਿਨਾਂ ਦੰਦ ਸਾਫ਼ ਕੀਤੇ, ਬਿਨਾਂ ਤਿਆਰ ਹੋਏ ਮੀਟਿੰਗ ਵਿੱਚ ਆਏ। ਉਹਨਾਂ ਦਾ ਸਾਰਾ ਦਿਨ ਆਪਣੇ ਸਮਾਨ ਦੀ ਚਿੰਤਾ ਵਿੱਚ ਗੁਜ਼ਰਿਆ। ਅਗਲੀ ਰਾਤ ਨੂੰ ਸਵੇਰੇ 2 ਵਜੇ ਉਹਨਾਂ ਦੇ ਦਰਵਾਜ਼ੇ ਖੜਕਾ ਕੇ ਨੀਂਦ ਉਖਾੜ ਕੇ ਉਹਨਾਂ ਦਾ ਸਮਾਨ ਹਵਾਲੇ ਕੀਤਾ ਗਿਆ। ਅਗਲੇ ਦਿਨ ਦੀ ਮੀਟਿੰਗ ਵਿੱਚ ਮੁੱਖ ਅਧਿਕਾਰੀ ਨੇ ਇੰਨਾ ਹੀ ਕਿਹਾ, ਹੁਣ ਤੱਕ ਤੁਸੀਂ ਜਾਣ ਗਏ ਹੋਵੋਗੇ ਕਿ ਜੇ ਕਿਸੇ ਸਵਾਰੀ ਦਾ ਸਮਾਨ ਇੱਧਰ ਉੱਧਰ ਹੋ ਜਾਏ ਤਾਂ ਕਿਵੇਂ ਮਹਿਸੂਸ ਹੁੰਦਾ ਹੈ। ਅਤੇ ਫਿਰ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਉਹ ਸਥਿਤੀ ਸੁਧਾਰਨ ਲਈ ਕੀ ਕਰਨਗੇ। ਧੰਨਵਾਦ। ਸੰਗੀਤ ਦੀ ਤਾਕਤ। ਵਿਸ਼ਵ ਪੱਧਰ ਦੇ ਸੰਗੀਤਕਾਰ ਬੀਥੋਵਨ ਦੀ ਇੱਕ ਜਾਣੂ ਇਸਤਰੀ ਦੇ ਬੱਚੇ ਦੀ ਮੌਤ ਹੋ ਗਈ ਸੀ। ਸੋਗ ਪ੍ਰਗਟਾਉਣ ਲਈ ਬੀਥੋਵਨ ਉਸਦੇ ਘਰ ਗਿਆ। ਕੁਝ ਨਹੀਂ ਬੋਲਿਆ। ਉੱਥੇ ਬਹਿ ਕੇ ਉਹ ਆਪਣੇ ਪਿਆਨੋ 'ਤੇ ਸੋਗ, ਉਦਾਸੀ ਅਤੇ ਧਰਵਾਸ ਦਾ ਸੰਗੀਤ ਵਜਾਉਂਦਾ ਰਿਹਾ। ਮਗਰੋਂ ਇਹ ਸੰਗੀਤ ਈਸਾਈ ਜਗਤ ਵਿੱਚ ਬੱਚੇ ਦੀ ਮੌਤ ਸਮੇਂ ਵਜਾਉਣ ਦੀ ਰੀਤ ਬਣ ਗਈ। ਧੰਨਵਾਦ। ਸਤਿਕਾਰ। ਪੋਲੈਂਡ ਸ਼ਰਾਫਤ ਲਈ ਪ੍ਰਸਿੱਧ ਹੈ। ਇਸਤਰੀ ਪ੍ਰਤੀ ਸਤਿਕਾਰ ਸ਼ਰਾਫਤ ਦਾ ਆਧਾਰ ਤੇ ਪੈਮਾਨਾ ਹੈ। ਪੋਲਿਸ਼ ਇਸਤਰੀ ਲਈ ਖੁੱਲ੍ਹਾ ਦਰਵਾਜ਼ਾ ਫੜ ਕੇ ਰੱਖਣਗੇ, ਇਸਤਰੀ ਦਾ ਲੰਮਾ ਕੋਟ ਲਾਉਣ ਵਿੱਚ ਮਦਦ ਕਰਨਗੇ, ਉਸ ਲਈ ਕੁਰਸੀ ਖਿੱਚ ਕੇ ਚੁੱਕ ਕੇ ਨੇੜੇ ਕਰਨਗੇ, ਪ੍ਰਸੰਨ ਕਰਨ ਵਾਲੇ ਸ਼ਬਦ ਬੋਲਣਗੇ, ਆਪਣੇ ਬੁੱਲ੍ਹਾਂ ਨਾਲ ਉਹਦੇ ਹੱਥ ਚੁੰਮਣਗੇ। ਉੱਥੇ ਲੜਕੇ ਪਾਲੇ ਹੀ ਇਵੇਂ ਜਾਂਦੇ ਹਨ ਕਿ ਉਹਨਾਂ ਵਿੱਚ ਬਹਾਦਰੀ ਅਤੇ ਇਸਤਰੀ ਪ੍ਰਤੀ ਸਤਿਕਾਰ ਜਿਹੇ ਗੁਣ ਹੋਣ। ਧੰਨਵਾਦ।